BA1 students. Today we are going to start the chapter of the democracy, meaning, character sketches and their type. ਲੋਕਤੰਤਰ ਦਾ ਅਰਥ, ਵਿਸ਼ੇਸ਼ਤਾਵਾਂ ਅਤੇ ਇਹ ਕਿਸ ਤਰ੍ਹਾਂ ਦੇ ਜਿਹੜੇ ਕਿੰਨੇ ਟਾਈਪਸ ਜਿਹੜੇ ਹੈਗੇ ਨੇ ਲੋਕਤੰਤਰ ਦੇ ਹੈਗੇ ਨੇ। ਸ਼ੁਰੂ ਤੋਂ ਬੇਟਾ ਆਪਾਂ ਸੁਣਦੇ ਆ ਰਹੇ ਹਾਂ ਕਿ ਵਾਟ ਡੂ ਯੂ ਮੀਨ ਬਾਈ ਦੀ ਡੈਮੋਕ੍ਰੇਸੀ। ਡੈਮੋਕ੍ਰੇਸੀ ਮੀਨਸ ਫੋਰ ਦ ਪੀਪਲ, ਬਾਈ ਦ ਪੀਪਲ ਐਂਡ ਟੂ ਦ ਪੀਪਲ। ਜੋ ਆਪਾਂ ਨੂੰ ਪਤਾ ਹੈ, ਜਿਹਦੀ ਡੈਫੀਨੇਸ਼ਨਸ ਆਪਾਂ ਸ਼ੁਰੂ ਤੋਂ ਹੀ ਕਲਾਸ 8 ਤੋਂ ਪੜ੍ਹਦੇ ਆ ਰਹੇ ਹਾਂ, ਸੋਸ਼ਲ ਸਾਇੰਸ ਦੇ ਵਿੱਚ ਪੜ੍ਹਦੇ ਆ ਰਹੇ ਹਾਂ ਕਿ ਡੈਮੋਕ੍ਰੇਸੀ ਦਾ ਅਰਥ ਹੈ ਫੋਰ ਦ ਪੀਪਲ, ਬਾਈ ਦ ਪੀਪਲ ਅਤੇ ਟੂ ਦ ਪੀਪਲ। ਉਹ ਸਰਕਾਰ ਜਿਹੜੀ ਜਨਤਾ ਦੇ ਵਿੱਚੋਂ, ਜਨਤਾ ਦੇ ਲਈ ਔਰ ਜਨਤਾ ਦੇ ਕਰਕੇ ਚੁਣੀ ਜਾਂਦੀ ਹੈ, ਦੈਟ ਇਜ਼ ਕਾਲਡ ਏ ਡੈਮੋਕ੍ਰੇਸੀ। ਸੋ ਅੱਜ ਆਪਾਂ ਇਸ ਨੂੰ ਬਹੁਤ ਹੀ ਡੀਪਲੀ ਪੜ੍ਹਨਾ ਹੈ, ਕਿੰਨੇ ਤਰ੍ਹਾਂ ਦੀ ਹੈ, ਕਿਹੜੇ ਕਰੈਕਟਰ ਸਕੈਚਿਸ ਨੇ, ਕਿਹੜੇ ਜਿਹੜੇ ਵਿਦਵਾਨ ਨੇ ਜਾਂ ਜਿਹੜੇ ਫਿਲੋਸਫਰਸ ਨੇ ਉਹਨਾਂ ਨੇ ਇਹਦੇ ਬਾਰੇ ਕੀ ਕੁਝ ਕਿਹਾ ਹੈ। ਸੋ ਲੈਟਸ ਵੀ ਸਟਾਰਟ। origin of the word democracy। ਲੋਕਤੰਤਰ ਸ਼ਬਦ ਕਿੱਥੋਂ ਆਇਆ ਹੈ? ਲੋਕਤੰਤਰ ਜਿਸ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਡੈਮੋਕ੍ਰੇਸੀ ਕਿਹਾ ਜਾਂਦਾ ਹੈ, ਇਹ ਬੇਟਾ ਯੂਨਾਨੀ ਜਿਹੜਾ ਵਰਡ ਹੈ ਉਹਦੇ ਡੈਮੋਸ ਤੋਂ ਆਇਆ, ਡੈਮੋਸ ਐਂਡ ਕ੍ਰੇਟਸ ਤੋਂ ਆਇਆ ਹੈ। ਡੈਮੋਸ ਦਾ ਅਰਥ ਹੁੰਦਾ ਹੈ ਲੋਕ, ਪੀਪਲ, ਐਂਡ ਕ੍ਰੇਟਸ ਦਾ ਅਰਥ ਹੁੰਦਾ ਹੈ ਸ਼ਕਤੀ। ਯਾਨੀ ਕਿ ਡੈਮੋਕ੍ਰੇਸੀ ਦਾ ਅਰਥ ਹੈ ਜਿੱਥੇ ਸ਼ਕਤੀ ਜਿਹੜੀ ਹੈਗੀ ਆ ਉਹ ਲੋਕਾਂ ਦੇ ਹੱਥਾਂ ਵਿੱਚ ਹੋਵੇ, ਦੈਟ ਇਜ਼ ਕਾਲਡ ਏ ਡੈਮੋਕ੍ਰੇਸੀ। ਡੈਮੋਕ੍ਰੇਸੀ ਦੇ ਬਹੁਤ ਸਾਰੇ ਫਿਲੋਸਫਰਸ ਨੇ, ਸਪੋਰਟਰਸ ਨੇ, ਲਾਈਕ ਮੌਂਟੈਸਕਿਊ, JS ਮਿਲ, TH ਗ੍ਰੀਨ, ਬੈਂਥਮ, ਲਿੰਡਸੇ, ਹੌਬਹਾਊਸ, ਬਾਕਰ, ਲਾਸਕੀ, ਮੈਕਾਈਵਰ, ਰੋਬਰਟ ਮਿਚਲ, ਇਹ ਜਿਹੜੇ ਸਾਰੇ ਨੇ ਇਹ ਬੇਟਾ ਜਿਹੜੇ ਲੋਕਤੰਤਰ ਨੇ ਉਹਦਾ ਸਮਰਥਕ ਕਰਦੇ ਨੇ। ਸੋ ਅਕੋਰਡਿੰਗ ਟੂ ਦ ਕਾਰਲ ਫੈਡਰਿਕ, ਉਹ ਕਹਿੰਦਾ ਹੈ ਡੈਮੋਕ੍ਰੇਸੀ ਹੈਜ਼ ਬੀਨ ਅ ਬੈਟਲ cry of the 20th century, everyone is for democracy as the understand it। ਸੋ ਮੀਨਸ ਇਹਦਾ ਮਤਲਬ ਇਹ ਹੈ ਕਿ ਡੈਮੋਕ੍ਰੇਸੀ ਜਿਹੜੀ ਹੈਗੀ ਆ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਚੱਲੀ ਆ ਰਹੀ ਹੈ। ਸੋ ਇਹਦੇ ਵਿੱਚ ਬੇਟਾ ਡੈਫੀਨੇਸ਼ਨ ਜਿਹੜੀਆਂ ਡੈਮੋਕ੍ਰੇਸੀ ਦੀਆਂ ਨੇ ਇਹਦੇ ਵਿੱਚ ਦੱਸ ਦਿੱਤੀਆਂ ਹੋਈਆਂ ਨੇ, ਯੂ ਕੈਨ ਲਰਨ ਐਨੀ ਟੂ, ਹੈ ਨਾ। ਤੁਸੀਂ ਇਹਦੇ ਵਿੱਚ ਦੋ ਹੀ ਕਰਨੀਆਂ ਨੇ। ਪ੍ਰੋਫੈਸਰ ਸਿਲੇ ਕਹਿੰਦਾ ਹੈ ਕਿ ਲੋਕਤੰਤਰ ਉਹ ਸਰਕਾਰ ਹੈ ਜਿਸ ਵਿੱਚ ਹਰ ਵਿਅਕਤੀ ਹਿੱਸੇਦਾਰ ਹੁੰਦਾ ਹੈ। ਮੀਨਸ ਡੈਮੋਕ੍ਰੇਸੀ ਇਜ਼ ਅ ਗਵਰਨਮੈਂਟ ਇਨ ਵਿਚ ਐਵਰੀ ਪਰਸਨ ਹੈਜ਼ ਅ ਪਾਰਟ ਔਰ ਐਵਰੀ ਪਰਸਨ ਹੈਜ਼ ਅ ਸ਼ੇਅਰ। ਮੀਨਸ ਡੈਮੋਕ੍ਰੇਸੀ ਉਹ ਸਰਕਾਰ ਹੈ ਜਿਸ ਦੇ ਵਿੱਚ ਈਚ ਐਂਡ ਐਵਰੀ ਪੀਪਲ ਜੋ 18 ਸਾਲ ਤੋਂ ਉੱਪਰ ਹੈ ਉਹ ਵੋਟ ਪਾ ਕੇ ਆਪਣੇ ਪ੍ਰਤੀਨਿਧੀ ਚੁਣਦਾ ਹੈ ਔਰ ਸਰਕਾਰ ਦੇ ਵਿੱਚ ਜਿਹੜੀ ਹੈਗੀ ਆਪਣੀ ਹਿੱਸੇਦਾਰੀ ਪਾਉਂਦਾ ਹੈ, ਜਿਸ ਨੂੰ ਕਿ ਲੋਕਤੰਤਰ ਕਿਹਾ ਜਾਂਦਾ ਹੈ। ਇਹਦਾ ਮੀਨਿੰਗ ਬੇਟਾ ਤੁਸੀਂ ਇੱਥੋਂ ਲਿਖੋਗੇ ਕਿ ਲੋਕਤੰਤਰ ਲੋਕਾਂ ਅਨੁਸਾਰ ਲੋਕਤੰਤਰ ਸਾਰੇ ਲੋਕਾਂ ਦਾ ਸ਼ਾਸਨ ਹੈ, ਕੁਝ ਦੇ ਅਨੁਸਾਰ ਇਹ ਬਹੁਮਤ ਦਾ ਸ਼ਾਸਨ ਹੈ। ਅਸਲ ਵਿੱਚ ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਸਰਵਉੱਚ ਸ਼ਕਤੀ ਲੋਕਾਂ ਕੋਲ ਹੁੰਦੀ ਹੈ, ਜਿਸ ਦਾ ਪ੍ਰਯੋਗ ਪ੍ਰਤੱਖ ਰੂਪ ਦੇ ਵਿੱਚ ਚੁਣੇ ਹੋਏ ਆਪਣੇ ਪ੍ਰਤੀਨਿਧੀਆਂ ਦੁਆਰਾ ਕਰਦੇ ਹਨ। ਪ੍ਰਤੀਨਿਧੀ ਆਪਣੇ ਕਾਰਜ ਲਈ ਲੋਕਾਂ ਦੇ ਸਾਹਮਣੇ ਜ਼ਿੰਮੇਦਾਰ ਹੁੰਦੇ ਨੇ। ਭਾਵੇਂ ਕਿ ਲੋਕਤੰਤਰ ਵਿੱਚ ਬਹੁਮਤ ਦਾ ਸ਼ਾਸਨ ਦਾ ਅਧਿਕਾਰ ਹੁੰਦਾ ਹੈ, ਪਰੰਤੂ ਬਹੁਤ ਘੱਟ ਗਿਣਤੀਆਂ ਦੇ ਹਿੱਤਾਂ ਦਾ ਵੀ ਸਤਿਕਾਰ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈ। ਲਾਈਕ ਆਈ ਵਿਲ ਸ਼ੋ ਦ ਡਾਟਾ। ਸਪੋਜ਼ ਦੈਟ ਵੀ ਹੈਵ 3 organs of the government। ਠੀਕ ਹੈ, ਕਿਹੜੇ organs ਨੇ? 3 organs of the government। One is the legislative, other is the executive and other is the judiciary। ਇਹ ਤਿੰਨ ਜਿਹੜੇ ਹੈਗੇ ਨੇ ਸਾਡੇ ਕੀ ਨੇ, ਜਿਹੜੇ organs ਨੇ। legislative ਦਾ ਕੰਮ ਕੀ ਹੁੰਦਾ ਹੈ? ਟੂ ਮੇਕ ਲਾਅ, ਹੈ ਨਾ, ਕਾਨੂੰਨ ਬਣਾਉਣਾ। ਐਗਜ਼ੀਕਿਊਟਿਵ ਦਾ ਕੰਮ ਹੁੰਦਾ ਹੈ ਇੰਪਲੀਮੈਂਟ ਦੀ ਲਾਅ। ਠੀਕ ਹੈ। ਜੁਡੀਸ਼ਰੀ ਦਾ ਕੰਮ ਕੀ ਹੁੰਦਾ ਹੈ? ਪ੍ਰੋਟੈਕਸ਼ਨ ਆਫ ਦੀ ਲਾਅ, ਜਾਂ ਇਹਨਾਂ ਦਾ ਨਿਰੀਖਣ ਕਰਨਾ ਜਾਂ ਫਿਰ ਦੇਖਣਾ। ਠੀਕ ਹੈ। ਸੋ ਲੈਜਿਸਲੇਟਿਵ ਦੇ ਵਿੱਚ ਜੋ ਕਾਨੂੰਨ ਬਣਾਉਂਦਾ ਹੈ ਉਹ ਕੌਣ ਬਣਾਉਂਦਾ ਹੈ ਬੇਟਾ? ਸਾਡੀ ਦੇਸ਼ ਦੀ ਪਾਰਲੀਮੈਂਟ ਬਣਾਉਂਦੀ ਹੈ। ਔਰ ਪਾਰਲੀਮੈਂਟ ਦੇ ਵਿੱਚ ਕੀ ਹੁੰਦਾ? 2 ਸਦਨ ਹੁੰਦੇ ਨੇ। ਕਿਹੜੇ? ਲੋਕ ਸਭਾ ਐਂਡ ਦ ਅਦਰ ਇਜ਼ ਦ ਰਾਜ ਸਭਾ। ਠੀਕ ਹੈ। ਰਾਜ ਸਭਾ ਇਜ਼ ਦ ਅਪਰ ਹਾਊਸ ਆਫ ਦੀ ਪਾਰਲੀਮੈਂਟ ਔਰ ਲੋਕ ਸਭਾ ਇਜ਼ ਦ ਲੋਅਰ ਹਾਊਸ ਆਫ ਦੀ ਪਾਰਲੀਮੈਂਟ। ਜਿਹੜੇ ਪੀਪਲਸ ਨੇ ਬੇਟਾ ਉਹ ਲੋਕ ਸਭਾ ਨੂੰ ਚੁਣਦੇ ਨੇ। ਸਮਝ ਆ ਗਈ? ਜੋ ਪੀਪਲਸ ਨੇ ਉਹ ਲੋਕ ਸਭਾ ਨੂੰ ਚੁਣਦੇ ਨੇ। ਲੋਕ ਸਭਾ ਦੇ 18 ਸਾਲ ਤੋਂ ਉੱਪਰ ਜੋ ਵੀ ਪਰਸਨ ਹੈ ਉਹ ਵੋਟ ਪਾਉਂਦਾ ਹੈ। ਲੋਕ ਸਭਾ ਦੇ ਮੈਂਬਰ ਆਪਾਂ ਚੁਣਦੇ ਨੇ, ਜਿਸ ਨੂੰ ਅਸੀਂ ਕੀ ਕਿਹਾ ਜਾਂਦਾ ਹੈ? MP, ਯਾਨੀ ਕਿ ਮੈਂਬਰ ਆਫ ਦੀ ਪਾਰਲੀਮੈਂਟ। ਔਰ ਇਹਨਾਂ ਮੈਂਬਰ ਆਫ ਦੀ ਪਾਰਲੀਮੈਂਟ ਦੇ ਵਿੱਚ ਜਿਸ ਨੂੰ ਸਭ ਤੋਂ ਜ਼ਿਆਦਾ ਵੋਟ ਮਿਲਦੀਆਂ ਉਹ ਅੱਗੇ ਚੱਲ ਕੇ ਕੀ ਬਣਦਾ ਹੈ? ਪ੍ਰਾਈਮ ਮਿਨਿਸਟਰ। ਇਹ ਪਿਛਲੀ ਵਾਰ ਵੀ ਆਪਾਂ ਜਿਹੜਾ ਡਾਟਾ ਮੈਂ ਤੁਹਾਨੂੰ ਜਿਹੜਾ ਸਾਰਾ ਚਾਰਟ ਬਣਾ ਕੇ ਦੱਸਿਆ ਸੀ ਉਹਦੇ ਵਿੱਚ ਸੀਗਾ। ਸੋ ਇਹਦੇ ਵਿੱਚ ਕੀ ਹੈ? ਵਰੀਅਸ ਐਸਪੈਕਟ ਆਫ ਦ ਡੈਮੋਕ੍ਰੇਸੀ, ਵੱਖ ਪਹਿਲੂ ਨੇ। ਨੰਬਰ 1, ਲੋਕਤੰਤਰਿਕ ਰਾਜ। ਕੁਝ ਵਿਦਵਾਨ ਲੋਕਤੰਤਰ ਨੂੰ ਰਾਜ ਦਾ ਰੂਪ ਮੰਨਦੇ ਹਨ। ਉਹ ਕਹਿੰਦੇ ਨੇ ਕਿ ਜਿੱਥੇ ਲੋਕਤੰਤਰ ਇੱਕ ਰਾਜ ਹੈ, ਜਿੱਥੇ ਇੱਕ ਵੈਲਫੇਅਰ ਸਟੇਟ ਹੈ, ਇਟ ਮੀਨਸ ਉੱਥੇ ਡੈਮੋਕ੍ਰੇਸੀ ਹੈ। ਅਗਲਾ ਹੈ ਲੋਕਤੰਤਰੀ ਸ਼ਾਸਨ। ਲੋਕਤੰਤਰੀ ਸ਼ਾਸਨ ਦੇ ਰੂਪ ਦੇ ਵਿੱਚ ਉਹ ਸਰਕਾਰ ਹੈ ਜਿਸ ਦੇ ਵਿੱਚ ਜਨਤਾ ਪ੍ਰਤੱਖ ਜਾਂ ਅਪਰਤੱਖ ਰੂਪ ਦੇ ਵਿੱਚ ਆਪਣੇ ਪ੍ਰਤੀਨਿਧੀ ਨੂੰ ਚੁਣਦੀ ਹੈ। ਲੋਕਤੰਤਰਿਕ ਸਮਾਜ ਉਹ ਸਮਾਜ ਹੈ ਜਿੱਥੇ ਐਵਰੀਬਡੀ ਹੈਜ਼ ਇਕੁਅਲ, ਠੀਕ ਹੈ, ਰਾਈਟ। ਮੀਨਸ ਦੇਰ ਇਜ਼ ਨੋ ਡਿਸਕ੍ਰਿਮੀਨੇਸ਼ਨ on the behalf of caste, sex and religion also। So
ਨੈਕਸਟ ਇਜ਼ ਦਾ ਲੋਕਤੰਤਰਿਕ ਡੈਮੋਕ੍ਰੇਸੀ ਇਕਨੋਮਿਕ ਆਰਡਰ। ਲੋਕਤੰਤਰਿਕ ਅਰਥ ਵਿਵਸਥਾ ਉਹ ਅਰਥ ਵਿਵਸਥਾ ਹੁੰਦੀ ਹੈ ਬੇਟਾ ਜਿਸ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ। ਅਗਰ ਉਹ ਕੰਮ ਕਰਨ ਦੇ ਇੱਕ ਨਿਸ਼ਚਿਤ ਆਰਸ ਨੇ, ਫਿਕਸਡ ਆਰ ਨੇ, ਅਗਰ ਉਹ ਆਪਣੇ ਫਿਕਸਡ ਆਰਸ ਤੋਂ ਜ਼ਿਆਦਾ ਕੰਮ ਕਰਦਾ ਹੈ ਤਾਂ ਉਸ ਨੂੰ ਜਿਹੜੀ ਹੈਗੀ ਆ ਓਵਰ ਟਾਈਮ ਦਿੱਤਾ ਜਾਂਦਾ ਹੈ, ਪੈਸੇ ਦਿੱਤੇ ਜਾਂਦੇ ਨੇ। ਉਸ ਕੰਮ ਦੇ ਵਿੱਚ ਉਹਨੂੰ ਆਰਾਮ ਦਾ ਵੀ ਅਧਿਕਾਰ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਉਹਦੀਆਂ ਬੇਸਿਕਸ ਨੀਡਸ ਜਿਹੜੀਆਂ ਹੈਗੀਆਂ ਉਹ ਫੁੱਲਫਿਲ ਹੋ ਜਾਂਦੀਆਂ ਨੇ। ਸੋ ਇਸ ਨੂੰ ਕਿਹਾ ਜਾਂਦਾ ਹੈ ਕਿ ਲੋਕਤੰਤਰਿਕ ਅਰਥ ਵਿਵਸਥਾ। ਅੱਗੇ ਹੈ ਲੋਕਤੰਤਰੀ ਜੀਵਨ ਸ਼ੈਲੀ ਹੈ, ਮੀਨਸ ਡੈਮੋਕ੍ਰੇਸੀ ਇਜ਼ ਦ ਵੇ ਆਫ ਲਾਈਫ। ਮੀਨਸ ਡੈਮੋਕ੍ਰੇਸੀ ਜਿਹੜੀ ਹੈਗੀ ਹੈ ਜਾਂ ਲੋਕਤੰਤਰਿਕ ਜਿਹੜਾ ਹੈਗਾ ਉਹ ਲੋਕਾਂ ਦੇ ਲਈ ਇੱਕ ਇਹੋ ਜਿਹਾ ਐਟਮੋਸਫੇਅਰ ਪੈਦਾ ਕਰ ਦਿੰਦਾ ਹੈ ਜਿਸ ਦੇ ਵਿੱਚ ਉਹ ਆਪਣੇ ਸਟੈਂਡਰਡ ਆਫ ਲਿਵਿੰਗ ਨੂੰ ਇਨਕਰੀਜ਼ ਕਰਨ ਦੇ ਲਈ ਪਲੱਸ ਆਪਣੀ ਅਸੈਂਸ਼ੀਅਲ ਗੁੱਡਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਬੇਸਿਕਸ ਨੀਡਸ ਨੂੰ ਫੁੱਲਫਿਲ ਕਰਨ ਦੇ ਲਈ ਇੱਕ ਵਧੀਆ ਇਨਵਾਇਰਮੈਂਟ ਜਿਹੜਾ ਹੈਗਾ ਉਹ ਡੈਮੋਕ੍ਰੇਸੀ ਪ੍ਰੋਵਾਈਡ ਕਰਦੀ ਹੈ। ਨਾਓ ਇਹਦੀਆਂ ਕਰੈਕਟਰ ਸਕੈਚਸ ਕੀ ਨੇ, ਫੀਚਰਸ ਕੀ ਨੇ ਡੈਮੋਕ੍ਰੇਸੀ ਦੇ। ਨੰਬਰ 1 ਸੋਵਰੇਨਿਟੀ ਵਿਦ ਦ ਪੀਪਲ। ਪ੍ਰਭੂਸੱਤਾ ਲੋਕਾਂ ਕੋਲ ਹੁੰਦੀ ਹੈ। ਕੁਆਇਟ ਓਬਵੀਅਸ, ਜਨਤਾ ਦੀ ਸਰਕਾਰ ਹੈ, ਜਨਤਾ ਚੁਣਦੀ ਹੈ, ਪ੍ਰਤੀਨਿਧੀਆਂ ਨੂੰ ਚੁਣਦੀ ਹੈ, ਜਨਤਾ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਕਰਦੀ ਹੈ। ਇਟ ਮੀਨਸ ਜਿਹੜੀ ਸੋਵਰੇਨਿਟੀ ਹੈ ਉਹ ਕੀ ਹੈ, ਜਨਤਾ ਕੋਲ ਹੈ। ਸੋਵਰੇਨਿਟੀ ਦਾ ਮਤਲਬ ਹੁੰਦਾ ਬੇਟਾ ਪਾਵਰ, ਡਿਸੀਜ਼ਨ ਲੈਣ ਦੀ ਪਾਵਰ, ਠੀਕ ਹੈ, ਵੈਦਰ ਦੇ ਆਰ ਇੰਟਰਨਲ ਔਰ ਦੇ ਆਰ ਐਕਸਟਰਨਲ। ਸਟੇਟ ਐਂਡ ਗਵਰਨਮੈਂਟ ਆਰ ਕੰਸੀਡਰਡ ਮੀਨਸ, ਰਾਜ ਅਤੇ ਸਰਕਾਰ ਨੂੰ ਸਾਧਨ ਮੰਨਿਆ ਜਾਂਦਾ ਹੈ। ਕਿਹੜਾ ਸਾਧਨ? ਜਿਹੜਾ ਲੋਕਾਂ ਦੇ ਲਈ ਕੰਮ ਕਰਦਾ ਹੈ, ਲੋਕਾਂ ਦੀ ਪ੍ਰਗਤੀ ਲਈ ਕੰਮ ਕਰਦਾ ਹੈ, ਲੋਕਾਂ ਦੀ ਡਿਵੈਲਪਮੈਂਟ ਲਈ ਕੰਮ ਕਰਦਾ ਹੈ। ਅੱਗੇ ਆਉਂਦਾ ਫੇਥ ਇਨ ਦ ਰੈਸ਼ਨੈਲਿਟੀ ਆਫ ਮੈਨ। ਮਨੁੱਖਤਾ ਦੀ ਵਿਵੇਕਸ਼ੀਲਤਾ ਦੇ ਉੱਤੇ ਵਿਸ਼ਵਾਸ ਕੀਤਾ ਜਾਂਦਾ ਹੈ, ਯਾਨੀ ਕਿ ਇਹ ਸਮਝਿਆ ਜਾਂਦਾ ਹੈ ਕਿ ਜੋ ਪਰਸਨ ਵੋਟ ਦੇਣ ਦੇ ਕਾਬਿਲ ਹੈ, 18 ਸਾਲ ਤੋਂ ਉੱਪਰ ਹੈ, ਉਸ ਦਾ ਮਾਈਂਡ ਹੈ ਉਹ ਕ੍ਰੀਏਟਿਵ ਹੈ, ਮਾਈਂਡ ਜਿਹੜਾ ਪ੍ਰੋਪਰ ਕੰਮ ਕਰਦਾ ਹੈ ਔਰ ਉਹ ਆਪਣੀ ਸੂਝ ਬੂਝ ਦੇ ਨਾਲ ਇੱਕ ਚੰਗੀ ਸਰਕਾਰ ਜਾਂ ਇੱਕ ਚੰਗਾ ਪ੍ਰਤੀਨਿਧੀ ਬਣਾਉਣ ਦੇ ਕਾਬਿਲ ਹੈ। ਅਗਲਾ ਹੈ ਸੁਤੰਤਰ। ਲੋਕਤੰਤਰ ਦੇ ਵਿੱਚ ਤੁਹਾਨੂੰ ਲਿਬਰਟੀ ਮਿਲਦੀ ਹੈ, ਸੁਤੰਤਰਤਾ ਮਿਲਦੀ ਹੈ। ਸੁਤੰਤਰਤਾ ਮੀਨਸ ਉਹ ਜਿਹੜਾ ਪਿੱਛੇ ਆਪਾਂ ਪੜ੍ਹਿਆ ਸੀਗਾ ਪੋਜ਼ੀਟਿਵ ਸੁਤੰਤਰਤਾ। ਪੋਜ਼ੀਟਿਵ ਮੀਨਸ ਬੰਦਿਸ਼ਾਂ ਦੇ ਵਿੱਚ ਰਹਿ ਕੇ ਆਪਣੀ ਸੁਤੰਤਰਤਾ ਨੂੰ ਇੰਜੋਏ ਕਰਨਾ, ਦੈਟ ਇਜ਼ ਕਾਲਡ ਅ ਲਿਬਰਟੀ। ਉਸ ਤੋਂ ਬਾਅਦ ਹੈਗੀ ਜੀ ਲੋਕਤੰਤਰ ਦੇ ਵਿੱਚ ਤੁਹਾਨੂੰ ਇਕੁਆਲਿਟੀ ਮਿਲਦੀ ਹੈ, ਮੀਨਸ ਐਵਰੀਬਡੀ ਇਜ਼ ਇਕੁਅਲ ਬਿਫੋਰ ਦ ਲਾਅ। ਚਾਹੇ ਉਹ ਕਿਸੇ ਵੀ ਰੰਗ, ਜਾਤੀ, ਨਸਲ ਅਤੇ ਧਰਮ ਦੇ ਆਧਾਰ 'ਤੇ ਕਿਸੇ ਵੀ ਵਿਅਕਤੀ ਦੇ ਨਾਲ ਸਮਾਜ ਵਿੱਚ ਰਹਿੰਦੇ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ। ਉਸ ਤੋਂ ਬਾਅਦ ਹੈ ਫਰਟਰਨਿਟੀ, ਭਰਾਤਰੀ ਭਾਵ, ਮੀਨਸ ਸਭ ਦੇ ਨਾਲ ਇੱਕ ਫਰੈਂਡਲੀ ਰਿਲੇਸ਼ਨਸ਼ਿਪ ਕਾਇਮ ਕੀਤਾ ਜਾਂਦਾ ਹੈ, ਇੱਕ ਭਾਈਚਾਰਾ ਕਾਇਮ ਕੀਤਾ ਜਾਂਦਾ ਹੈ ਤਾਂ ਕਿ ਲੋਕ ਆਪਸ ਦੇ ਵਿੱਚ ਮਿਲ ਜੁਲ ਕੇ ਰਹਿ ਸਕਣ। ਮੌਲਿਕ ਅਧਿਕਾਰਾਂ ਦੀ ਵਿਵਸਥਾ, ਜਿੱਥੇ ਵੀ ਬੈਠਾ ਡੈਮੋਕ੍ਰੇਟਿਕ ਗਵਰਨਮੈਂਟ ਹੋਏਗੀ, ਜਿੱਥੇ ਵੀ ਲੋਕਤੰਤਰਿਕ ਸਰਕਾਰ ਹੋਏਗੀ, ਉੱਥੇ ਲੋਕਾਂ ਨੂੰ ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਨੇ ਉਹ ਮਿਲਣਗੇ। ਉਸ ਤੋਂ ਬਾਅਦ ਹੈ ਇੰਡੀਪੈਂਡੈਂਸ ਐਂਡ ਇੰਪਾਰਸ਼ਲ ਜੁਡੀਸ਼ਰੀ। ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਮੀਨਸ ਜਿਸ ਦੇ ਵਿੱਚ ਲੋਕਾਂ ਨਾਲ ਨਿਆਂ ਹੋਏਗਾ, ਜਿਸ ਦੇ ਵਿੱਚ ਲੋਕ ਜੱਜਿਸ ਜਿਹੜੇ ਹੈਗੇ ਨੇ ਉਹ ਕਿਸੇ ਵੀ ਕੋਈ ਵੀ ਪੱਖਪਾਤੀ ਫੈਸਲਾ ਨਹੀਂ ਲੈਣਗੇ। ਅਗਲਾ ਹੈ ਰੂਲ ਆਫ ਦੀ ਮੈਜੋਰਿਟੀ। ਬਹੁਮਤ ਦਾ ਸ਼ਾਸਨ ਹੋਏਗਾ ਜਿਸ ਨੂੰ ਕਿ ਜਿਹੜੇ ਪ੍ਰਤੀਨਿਧੀ ਨੂੰ ਸਭ ਤੋਂ ਜ਼ਿਆਦਾ ਵੋਟਸ ਮਿਲਣਗੀਆਂ ਉਹ ਅੱਗੇ ਚੱਲ ਕੇ ਸਰਕਾਰ ਬਣਾਉਂਦਾ ਹੈ। ਰਿਸਪੈਕਟ ਆਫ ਦ ਪਬਲਿਕ ਓਪੀਨੀਅਨ। ਲੋਕਤੰਤਰ ਦੇ ਵਿੱਚ ਕੀ ਹੁੰਦਾ ਹੈ, ਲੋਕਾਂ ਦੀ ਰਾਏ ਦਾ ਸਤਿਕਾਰ ਕੀਤਾ ਜਾਂਦਾ ਹੈ, ਲੋਕਾਂ ਦੀ ਰਾਏ ਜਿਹੜੀ ਹੈਗੀ ਉਹ ਮੰਨੀ ਜਾਂਦੀ ਹੈ, ਜਿਸ ਨੂੰ ਲੋਕ ਚੁਣਦੇ ਹਨ ਉਸੀ ਨੂੰ ਜਿਹੜਾ ਹੈਗਾ ਅੱਗੇ ਚੱਲ ਕੇ ਸਰਕਾਰ ਬਣਾਉਣ ਦਾ ਹੱਕ ਦਿੱਤਾ ਜਾਂਦਾ ਹੈ। ਸ਼ਾਂਤੀਪੂਰਨ ਅਤੇ ਸੰਵਿਧਾਨਿਕ ਸਾਧਨਾ ਵਿੱਚ ਵਿਸ਼ਵਾਸ। ਫੇਥ ਇਨ ਦ ਪੀਸਫੁਲ ਐਂਡ ਕੌਨਸਟੀਟਿਊਸ਼ਨਲ ਮੈਥਡ। ਹਰ ਇੱਕ ਚੀਜ਼ ਦੇ ਲਈ ਸ਼ਾਂਤੀਪੂਰਨ ਅਤੇ ਕੌਨਸਟੀਟਿਊਸ਼ਨਲ ਜਿਹੜੇ ਮੈਥਡ ਜਿਹੜੇ ਦਿੱਤੇ ਗਏ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਲਿੱਤਾ ਜਾਂਦਾ ਹੈ। ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਰਵਰਤੋਂ ਜਿਹੜੀ ਹੈਗੀ ਆ ਉਹ ਨਹੀਂ ਕੀਤੀ ਜਾਂਦੀ। ਫਰੀਡਮ ਟੂ ਫਾਰਮ ਦ ਓਪੋਜੀਸ਼ਨ ਪਾਰਟੀ। ਵਿਰੋਧੀ ਦਲ ਬਣਾਉਣ ਦੀ ਸੁਤੰਤਰਤਾ ਹੁੰਦੀ ਹੈ, ਠੀਕ ਹੈ, ਵਿਰੋਧੀ ਦਲ ਬਣਦੇ ਨੇ ਤਾਂ ਕਿ ਸਰਕਾਰ ਨੂੰ ਉਹਨਾਂ ਦੀ ਗਲਤ ਨੀਤੀਆਂ ਤੋਂ ਰੋਕਿਆ ਜਾ ਸਕੇ। ਓਪਨ ਕੰਪੀਟੀਸ਼ਨ ਆਫ ਆਲ ਦ ਪੋਲੀਟੀਕਲ ਪਾਰਟੀ। ਰਾਜਨੀਤਿਕ ਸੱਤਾ ਲਈ ਖੁੱਲ੍ਹੀ ਪ੍ਰਤੀਯੋਗਿਤਾ ਹੈ, ਹਰ ਇੱਕ ਪਰਸਨ ਜਿਹੜਾ ਹੈਗਾ ਉਹ ਰਾਜਨੀਤੀ ਦੇ ਵਿੱਚ ਆਪਣੀ ਜਿਹੜੀ ਹੈਗੀ ਕਾਰਜਸ਼ੀਲਤਾ ਨਿਭਾ ਸਕਦਾ ਹੈ, ਇਹ ਕੁਸ਼ਲਤਾ ਦਿਖਾ ਸਕਦਾ ਹੈ, ਇਹਦੇ ਵਿੱਚ ਖੁੱਲ੍ਹਾ ਮੁਕਾਬਲਾ ਹੁੰਦਾ ਹੈ। ਪੀਰੀਓਡਿਕ ਇਲੈਕਸ਼ਨ। ਪੀਰੀਓਡਿਕ ਮੀਨਸ ਨਿਯਮਿਤ ਇਲੈਕਸ਼ਨਸ ਹੁੰਦੇ ਨੇ, ਠੀਕ ਹੈ, ਇਹ ਨਹੀਂ ਹੈ ਕਿ ਇੱਕ ਵਾਰ ਜਿਹਦੀ ਸਰਕਾਰ ਬਣ ਗਈ ਹਮੇਸ਼ਾ ਤਾਂ ਉਮਰ ਉਹਦੀ ਸਰਕਾਰ ਰਹੇਗੀ, ਨਹੀਂ, ਇਹਦੇ ਵਿੱਚ ਹਰ 5 ਸਾਲ ਬਾਅਦ ਜਿਹੜੀਆਂ ਹੈਗੀਆਂ ਚੁਣਾਵ ਹੁੰਦੇ ਨੇ ਔਰ 5 ਸਾਲ ਤੋਂ ਪਹਿਲਾਂ ਵੀ ਅਗਰ ਸਰਕਾਰ ਅਗਰ ਲੋਕਾਂ ਨੂੰ ਸਰਕਾਰ ਨਾ ਪਸੰਦ ਆਏ ਤਾਂ ਸਰਕਾਰ ਦੇ ਵਿਰੁੱਧ ਜਿਹੜਾ ਹੈਗਾ ਉਹ ਪ੍ਰਚਾਰ ਕਰ ਜਾ ਸਕਦੇ ਨੇ। ਇੰਡੀਪੈਂਡੈਂਟ ਮੀਨਸ ਆਫ ਦੀ ਪ੍ਰੋਪੇਗੈਂਡਾ। ਜਨ ਪ੍ਰਚਾਰ ਦੇ ਸੁਤੰਤਰ ਸਾਧਨ ਨੇ, ਹਰ ਇੱਕ ਪਰਸਨ ਨੂੰ ਜਿਹੜਾ ਹੈਗਾ ਆਪਣਾ ਪ੍ਰਚਾਰ ਕਰਨ ਦੀ ਸੁਤੰਤਰਤਾ ਹੈ। ਰੂਲ ਆਫ ਲਾਅ ਹੈ, ਕਾਨੂੰਨ ਦਾ ਸ਼ਾਸਨ ਮੀਨਸ ਹਰ ਕੋਈ ਵਿਅਕਤੀ ਚਾਹੇ ਉਹ ਕਿਸੇ ਵੀ ਰੰਗ, ਜਾਤੀ, ਧਰਮ ਅਤੇ ਨਸਲ ਦਾ ਹੈ, ਹਰ ਕਿਸੇ ਨੂੰ ਕਾਨੂੰਨ ਦੇ ਬਰਾਬਰ ਸਮਝਿਆ ਜਾਂਦਾ, ਮਤਲਬ ਕਾਨੂੰਨ ਦੇ ਲਈ ਹਰ ਕੋਈ ਵਿਅਕਤੀ ਇਕੁਅਲ ਹੈ।
ਸ਼ਕਤੀਆਂ ਦਾ ਵਿਕੇਂਦਰੀਕਰਨ, ਡੀਸੈਂਟਰਲਾਈਜੇਸ਼ਨ ਆਫ ਪਾਵਰ ਕੀਤਾ ਜਾਂਦਾ ਹੈ। ਆਪਣੇ ਇੱਥੇ ਫੈਡਰਲ ਫਾਰਮ ਆਫ ਗਵਰਨਮੈਂਟ ਹੈ ਜਿਹਦੇ ਵਿੱਚ ਕੇਂਦਰ ਅਤੇ ਰਾਜ ਦੇ ਵਿਚਕਾਰ ਜਿਹੜਾ ਹੈਗਾ ਉਹ ਪਾਵਰਾਂ ਦੀ ਵੰਡ ਕੀਤੀ ਗਈ ਹੈ, ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਸਮਾਜ ਦਾ ਬਹੁਪੱਖੀ ਸਰੂਪ, ਉਦਾਰਵਾਦੀ ਲੋਕਤੰਤਰ ਸਮਾਜ ਦੇ ਬਹੁਪੱਖੀ ਸਰੂਪ ਦਾ ਸਵੀਕਾਰ ਕਰਦੇ ਨੇ। ਇਸ ਦਾ ਅਰਥ ਹੈ ਕਿ ਸਮਾਜ ਵਿੱਚ ਵੱਖ-ਵੱਖ ਹਿੱਤਾਂ, ਜਾਤੀ ਅਤੇ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਨੇ ਔਰ ਜਿਨ੍ਹਾਂ ਦੇ ਲਈ ਡੈਮੋਕ੍ਰੈਟਿਕ ਗਵਰਨਮੈਂਟ ਜਿਹੜੀ ਹੈਗੀ ਆ ਉਹ ਸਭ ਤੋਂ ਬੈਸਟ ਮੰਨੀ ਜਾਂਦੀ ਹੈ। ਮੈਨ ਇਜ਼ ਦ ਮੋਰਲ ਬੀਇੰਗ, ਮਨੁੱਖ ਇੱਕ ਨੈਤਿਕ ਪ੍ਰਾਣੀ ਹੈ ਜਿਸ ਦੇ ਵਿੱਚ ਮਨੁੱਖ ਜਿਹੜਾ ਹੈਗਾ ਉਹ ਕੀ ਹੈ, ਇੱਕ ਸੱਚ, ਝੂਠ, ਠੀਕ, ਗਲਤ ਅਤੇ ਆਦਿ ਪਛਾਣ ਕਰਨ ਦੇ ਲਈ ਜਿਹੜਾ ਹੈਗਾ ਉਹ ਆਪਣੇ ਯੋਗਿਤਾ ਕਰਤੱਵਿਆਂ ਦਾ ਪਾਲਣ ਕਰਦਾ ਹੈ। ਸਰਕਾਰ ਦੀ ਉੱਤਰਦਾਇਤਾ, ਇਹਦੇ ਵਿੱਚ ਸਰਕਾਰ ਵੀ ਬੇਟਾ ਰਿਸਪੌਂਸਿਬਲ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਹੋ ਜਿਹੀ ਨੀਤੀਆਂ ਨਹੀਂ ਬਣਾ ਸਕਦੀ ਜੋ ਜਨਤਾ ਦੇ ਫੰਡਾਮੈਂਟਲ ਰਾਈਟਸ ਜਾਂ ਜਨਤਾ ਦੇ ਹਿੱਤਾਂ ਦੇ ਵਿਰੁੱਧ ਹੋਵੇ। ਸੋ ਦੀਜ਼ ਆਰ ਦੀ ਫੀਚਰਸ ਆਫ ਦੀ ਡੈਮੋਕ੍ਰੈਟਿਕ ਪਾਰਟੀ। ਇਸ ਤੋਂ ਅਗਲਾ ਜਿਹੜਾ ਹੈਗਾ ਕਾਈਂਡਸ ਆਫ ਡੈਮੋਕ੍ਰੇਸੀ ਵੀ ਵਿਲ ਡੂ ਇਨ ਦ ਨੈਕਸਟ ਲੈਕਚਰ। ਓਕੇ।